ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 2022 ਨਵਾਂ ਸਾਲ ਆਗਮਨ ਹੋਇਆ ਤੇ ਨਵੇਂ ਸਾਲ ਦੇ ਦੌਰਾਨ ਤੁਹਾਡੇ ਲਈ ਇੱਕ ਵੀਡੀਓ ਆ ਬੈਸਟ। ਸਾਰੇ ਜਿਹੜੇ ਸਟੂਡੈਂਟ ਹੈਗੇ ਨੇ ਨਰਸਿੰਗ ਦੀ ਫੀਲਡ ਨੂੰ ਲੈ ਕੇ, ਜਾਂ ਜੀਟੀਏ ਜਾਂ ਕੈਨੇਡਾ ਵਾਈਡ ਕਿਤੇ ਵੀ ਕਿਸੇ ਵੀ ਹੋਰ ਮੁਲਕਾਂ 'ਚ ਬੈਠੇ ਨੇ ਜਿਹਨਾਂ ਨੂੰ ਨਰਸਿੰਗ ਦੇ ਵਿੱਚ ਇੰਟਰਸਟ ਆ, ਇਹ ਵੀਡੀਓ ਉਹਨਾਂ ਲਈ ਆ। ਪਿਛਲੇ ਦਿਨੀ ਮੇਰੀ ਵਾਈਫ ਨੇ ਆਰਪੀਐਨ ਦਾ ਟੈਸਟ ਕਲੀਅਰ ਕੀਤਾ। ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਉਹ ਮੈਮ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ। ਆਜੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਅੱਜ ਕੁਝ ਕੁ ਸਵਾਲ ਨੇ। ਜਦੋਂ ਹੀ ਰਮਨ ਦਾ ਆਰਪੀਐਨ ਕਲੀਅਰ ਹੋ ਗਿਆ ਉਸ ਤੋਂ ਬਾਅਦ ਸਾਡੇ ਬਹੁਤ ਬੱਚਿਆਂ ਨੇ ਸਾਤੋਂ ਸਵਾਲ ਪੁੱਛੇ। ਕਈ ਪੁੱਛਦੇ ਸੀ ਆਸਟ੍ਰੇਲੀਆ ਤੋਂ ਆ ਰਹੇ ਹਾਂ ਅਸੀਂ, ਕੋਈ ਪੁੱਛਦਾ ਮੈਂ ਆਰਟਸ ਦਾ ਸਟੂਡੈਂਟ, ਕੀ ਮੈਂ ਨਰਸਿੰਗ ਪ੍ਰੋਸੀਡ ਕਰ ਸਕਦਾ। ਜਿਹੜਾ ਇੱਕ ਨਵਾਂ ਟੈਸਟ ਜਿਹੜਾ ਚੇਂਜਸ ਹੋਏ ਨੇ, ਕੀ ਚੇਂਜਸ ਹੋਏ ਨੇ, ਆਪਾਂ ਉੱਥੋਂ ਹੀ ਗੱਲਾਂ ਪੁੱਛਾਂਗੇ। ਤੇ ਉਹ ਤੋਂ ਬਾਅਦ ਪੁੱਛਣਾ ਕਿ ਤੁਹਾਡਾ ਜਿਹੜਾ ਸਕੈਜੂਲ ਆ, ਕਿੱਦਾਂ ਤੁਸੀਂ ਬੱਚਿਆਂ ਨੂੰ ਲੈਣੇ, ਕਿੰਨਾ, ਇਹ ਸਾਰਾ ਗੱਲਾਂ ਆਪਾਂ ਕਵਰ ਕਰਨੀਆਂ। ਠੀਕ ਹੈ ਜੀ। ਸ਼ੋਰ। ਹਾਂਜੀ, ਮੇਰਾ ਪਹਿਲਾ ਸਵਾਲ ਮੈਮ ਤੁਹਾਡੇ ਲਈ ਇਹੀ ਹੈ ਵੀ ਇੱਕ ਬੱਚਾ, ਫੋਰ ਐਗਜ਼ਾਮਪਲ ਮੈਂ ਆਰਟਸ ਦਾ ਸਟੂਡੈਂਟ ਹਾਂ ਤੇ ਮੇਰੇ ਵੀ ਕੀੜਾ ਆ ਗਿਆ ਇੱਥੇ ਆ ਕੇ ਵੀ ਯਾਰ ਨਰਸਿੰਗ ਦੀ ਫੀਲਡ ਵਧੀਆ, ਕਿ ਮੈਂ ਵੀ ਨਰਸਿੰਗ ਕਰਨੀ ਹੈ ਨਾ, ਕੀ ਮੇਰੇ ਲਈ ਕੋਈ ਆਪਸ਼ਨ ਹੈਗਾ ਕਿ ਨਹੀਂ ਕੋਈ? ਜੇ ਤੇ ਦੋ ਗੱਲਾਂ ਨੇ। ਜੇ ਤੁਸੀਂ ਐਗਜ਼ਾਮ ਚੈਲੰਜ ਕਰਨ ਦੀ ਗੱਲ ਕਰ ਰਹੇ ਹੋ ਕਿ ਜੇ ਤੁਸੀਂ ਕਿਉਂਕਿ ਬਹੁਤ ਸਾਰੇ ਲੋਕੀ ਇਹ ਸਵਾਲ ਸਾਨੂੰ ਵੀ ਪੁੱਛਦੇ ਨੇ ਜਿਨ੍ਹਾਂ ਨੇ ਇੰਡੀਆ ਤੋਂ ਡਾਕਟਰੀ ਕੀਤੀ ਹੁੰਦੀ ਹੈ, ਕਈਆਂ ਨੇ ਜਿਵੇਂ ਬਾਇਓਲੋਜੀ ਕੀਤੀ ਹੁੰਦੀ ਹੈ, ਸਾਨੂੰ ਪੁੱਛਦੇ ਨੇ ਕਿ ਅਸੀਂ ਪੇਪਰ ਨਰਸਿੰਗ ਦਾ ਚੈਲੰਜ ਕਰ ਸਕਦੇ ਹਾਂ, ਤੇ ਉਹਦਾ ਅਨਫੋਰਚੂਨੇਟਲੀ ਜਵਾਬ ਹੈ ਨਹੀਂ। ਪਰ ਜੇ ਤੁਸੀਂ ਉਰੇ ਆ ਕੇ ਨਰਸ ਬਣਨਾ ਚਾਹੁੰਦੇ ਹੋ ਤੇ ਹਾਂਜੀ ਤੁਸੀਂ ਬਣ ਸਕਦੇ ਹੋ, ਪਰ ਉਹਦੇ ਲਈ ਜਿਹੜੇ ਵੀ ਤੁਸੀਂ ਪ੍ਰੋਵਿੰਸ ਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਉੱਥੇ ਦੇ ਲੋਕਲ ਕਾਲਜ ਨੂੰ, ਕਮਿਊਨਿਟੀ ਕਾਲਜ ਨੂੰ ਕੰਟੈਕਟ ਕਰਨਾ ਪਏਗਾ। ਤੇ ਜੇ ਤੁਸੀਂ ਐਲਪੀਐਨ ਬਣਨਾ ਤੁਹਾਨੂੰ 2 ਸਾਲ ਲਈ ਪੜ੍ਹਨਾ ਪਏਗਾ, ਤੇ ਜੇ ਤੁਸੀਂ ਆਰਐਨ ਬਣਨਾ ਤੇ ਤੁਹਾਨੂੰ 4 ਸਾਲ ਦੀ ਡਿਗਰੀ ਕਰਨੀ ਹੀ ਪਏਗੀ। ਤੇ ਕਈ ਵਾਰੀ ਕਾਲਜਸ ਦੇ ਵਿੱਚ ਐਡਮਿਸ਼ਨ ਲੈਣ ਤੋਂ ਪਹਿਲਾਂ ਯੂ ਹੈਵ ਟੂ ਡੂ ਸਮ ਪ੍ਰੀ ਰੈਕੁਇਜ਼ਿਟਸ ਕੋਰਸਿਸ। ਮਤਲਬ ਫੋਰ ਐਗਜ਼ਾਮਪਲ ਜੇ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਰਟਸ ਦੇ ਸਟੂਡੈਂਟ ਹੋ, ਰਾਈਟ, ਪਰ ਤੁਹਾਡੇ ਕੋਲ ਬਾਇਓਲੋਜੀ ਨਹੀਂ ਸੀਗੀ, ਤੁਹਾਡੇ ਕੋਲ ਮੈਥਮੈਟਿਕਸ ਨਹੀਂ ਸੀਗਾ, ਰਾਈਟ, ਸੋ ਤੁਹਾਡੇ ਕੋਲ ਚਾਂਸਸ ਨਹੀਂ ਹੈ। ਉਹ ਤੁਹਾਨੂੰ ਕਹਿਣਗੇ ਕਿ ਪਹਿਲਾਂ ਇਹ ਵਾਲੇ ਕੋਰਸਿਸ ਖਤਮ ਕਰਕੇ ਆਓ, ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਵੀ ਵਿਲ ਪੁੱਟ ਯੂ ਔਨ ਅ ਲਿਸਟ ਫॉर ਐਡਮਿਸ਼ਨ, ਰਾਈਟ। ਸੋ ਉਹਨੂੰ ਕਹਿੰਦੇ ਆਪਾਂ ਪ੍ਰੀ ਰੈਕੁਇਜ਼ਿਟਸ ਜਿਹੜੇ ਆ ਉਹ ਪੂਰੇ ਕਰਨੇ ਪੈਂਦੇ ਆ। ਬਟ ਹਾਂਜੀ, ਜੇ ਤੁਸੀਂ ਬਣਨਾ ਚਾਹੁੰਦੇ ਹੋ ਤੇ ਤੁਸੀਂ ਨਰਸ ਬਣ ਸਕਦੇ ਹੋ, ਪਰ ਕਾਲਜ ਜਾਣਾ ਪੈਣਾ। ਓਕੇ ਜੀ, ਓਕੇ, ਚਲੋ ਥੈਂਕ ਯੂ ਮੈਮ। ਇੱਕ ਸੈਕੰਡ ਕੁਐਸਚਨ ਮੇਰਾ ਹੈਗਾ, ਜਿਹੜੇ ਆ ਚੇਂਜਸ ਆਏ ਨੇ ਮੈਮ ਆਰਪੀਐਨ ਦੇ ਐਗਜ਼ਾਮ ਦੇ ਵਿੱਚ, ਕੀ ਨੇ ਚੇਂਜਸ? ਥੋੜਾ ਜਿਹਾ ਇਹਨੂੰ ਦੱਸ ਦਿਓ ਸਾਨੂੰ ਮਾੜਾ ਜਿਹਾ ਵੀ। ਹਾਂਜੀ, ਜਿਹੜਾ ਆਰਪੀਐਨ ਦਾ ਐਗਜ਼ਾਮ ਹੈਗਾ ਉਹਨੂੰ ਹੁਣ ਕਹਿੰਦੇ ਆ ਰੈਕਸਪੀਐਨ। ਪਹਿਲਾਂ ਏਸੀਪੀਐਨਆਰ ਐਗਜ਼ਾਮ ਹੁੰਦਾ ਸੀਗਾ, ਐਂਡ ਰੈਕਸਪੀਐਨ ਜਿਹੜਾ ਐਗਜ਼ਾਮ ਹੈ ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਨੇ ਪਹਿਲਾਂ ਐਗਜ਼ਾਮ ਲਾਂਚ ਕੀਤਾ ਤੇ 4 ਜਨਵਰੀ, ਸਗੋਂ ਅੱਜ ਬੜੇ ਵਧੀਆ ਦਿਨ ਤੇ ਤੁਸੀਂ ਵੀਡੀਓ ਬਣਾ ਰਹੇ ਹੋ ਕਿਉਂਕਿ ਅੱਜ ਦੇ ਦਿਨ ਤੋਂ ਹੀ ਉਹ ਨਵਾਂ ਐਗਜ਼ਾਮ ਜਿਹੜਾ ਹੈਗਾ ਰੈਕਸਪੀਐਨ ਦਾ ਸ਼ੁਰੂ ਹੋਇਆ। ਇਹ ਜਿਹੜਾ ਐਗਜ਼ਾਮ ਹੈ ਐਨਕਲੈਕਸ ਪੈਟਰਨ ਤੇ ਬਣਿਆ ਹੋਇਆ। ਮੈਂ ਦੁਬਾਰਾ ਸਟੂਡੈਂਟਸ ਨੂੰ ਦੱਸਣਾ ਚਾਹੂੰਗੀ ਕਿ ਐਨਕਲੈਕਸ ਨਹੀਂ ਹੈ, ਪਰ ਐਨਕਲੈਕਸ ਵਰਗਾ ਪੈਟਰਨ ਹੈ। ਪਰ ਜਿਹੜਾ ਤੁਹਾਡਾ ਸਕੋਪ ਆਫ ਪ੍ਰੈਕਟਿਸ ਹੈ, ਜਿਹਨੂੰ ਆਪਾਂ ਥਿਊਰੀ ਕਹਿ ਦਿੰਦੇ ਆ, ਉਹ ਥਿਊਰੀ ਤੁਹਾਡੀ ਸੇਮ ਹੀ ਹੈ, ਪਰ ਉਹਨਾਂ ਦੇ ਜਿਹੜਾ ਐਗਜ਼ਾਮ ਹੈ ਉਹ ਕੰਪਿਊਟਰ ਸਟਾਈਲ ਕੈਟ ਅਡੈਪਟਿਵ ਐਗਜ਼ਾਮ ਕਰ ਦਿੱਤਾ। ਜਿੱਦਾਂ ਪਹਿਲਾਂ ਤੁਸੀਂ ਜਾਂਦੇ ਸੀਗੇ, ਤੁਸੀਂ ਜਿੱਦਾਂ ਸੀਪੀਐਨਆਰਈ ਦੇ ਵਿੱਚ 175 ਦੇ ਵਿੱਚੋਂ 120 ਕੁਐਸਚਨ ਵੀ ਤੁਸੀਂ ਪਾਸ ਕਰ ਲਿੱਤੇ ਜਾਂ 125 ਤੁਹਾਡਾ ਪੇਪਰ ਕਲੀਅਰ ਹੋ ਗਿਆ, ਪਰ ਹੁਣ ਉਹਨਾਂ ਨੇ ਕਰ ਦਿੱਤਾ ਕਿ ਹੈਗਾ ਲਿਮਿਟ ਹੈ ਜਾਂ 90, 90 to 150, ਕਿਤੇ ਵੀ ਤੁਹਾਡਾ ਕੰਪਿਊਟਰ ਬੰਦ ਹੋ ਸਕਦਾ ਬੇਸਡ ਔਨ ਯੋਰ ਪਰਫਾਰਮੈਂਸ। ਹੁਣ ਉਹਨਾਂ ਨੇ ਐਵਰੀ ਸਿੰਗਲ ਕੁਐਸਚਨ ਜਿਹੜਾ ਹੈਗਾ ਤੁਹਾਡਾ ਉਹਨੂੰ ਉਹ ਇਵੈਲੂਏਟ ਕਰਨਗੇ। ਸੋ ਕਿ ਸਟੂਡੈਂਟ ਦੀ ਪਰਫਾਰਮੈਂਸ ਕਿੱਦਾਂ ਹੈ। ਸਮਟਾਈਮਸ ਜੇ ਤੁਸੀਂ ਬਹੁਤ ਵਧੀਆ ਪਰਫਾਰਮ ਕੀਤਾ 90 ਤੇ ਬੰਦ ਹੋ ਜਾਏਗਾ ਕੰਪਿਊਟਰ, ਜੇ ਤੁਸੀਂ ਬਹੁਤ ਕਈ ਵਾਰੀ ਘਟੀਆ ਪਰਫਾਰਮ ਕੀਤਾ ਤਾਂ ਵੀ ਹੋ ਸਕਦਾ 90 ਤੇ ਬੰਦ ਹੋ ਜਾਏ, ਰਾਈਟ। ਸੋ ਉਹਨੂੰ ਕਹਿੰਦੇ ਕੈਟ ਅਡੈਪਟਿਵ ਐਗਜ਼ਾਮ। ਪਰ ਇਹਦੀ ਅਸੀਂ ਡੀਟੇਲਡ ਵੀਡੀਓ ਜਿਹੜੀ ਹੈਗੀ ਆਪਣੇ YouTube ਚੈਨਲ ਤੇ ਪਾ ਦਿੱਤੀ ਹੋਈ ਹੈ, ਫੁੱਲ 1 ਆਵਰ ਵੀਡੀਓ ਹੈ, ਜਿਨ੍ਹਾਂ ਨੇ ਦੇਖਣੀ ਹੈ। ਸੋ ਪਲੀਜ਼ ਗੋ ਹੈਡ ਐਂਡ ਵਾਚ ਦੈਟ ਵੀਡੀਓ। ਹਾਂਜੀ, ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਜੇ ਤੁਸੀਂ ਪੂਰੀ ਵੀਡੀਓ ਦੇਖਣੀ ਹੈ ਬਰੀਫ ਦੇ ਵਿੱਚ ਵੀ ਕਿੱਦਾਂ ਕੀ ਚੇਂਜਸ ਆਏ ਨੇ, ਮੈਮ ਨੇ 1 ਘੰਟੇ ਦੀ ਵੀਡੀਓ ਜਾ ਕੇ ਜ਼ਰੂਰ ਦੇਖਿਓ। ਮੈਮ ਅਗਲਾ ਕੁਐਸਚਨ ਹੈਗਾ, ਬਹੁਤ ਜਣਿਆਂ ਦਾ ਕੁਐਸਚਨ ਹੈ। ਬਹੁਤੇ ਲੋਕ ਮੂਵ ਹੁੰਦੇ ਨੇ ਜਿਵੇਂ ਆਸਟ੍ਰੇਲੀਆ ਤੋਂ, ਫੋਰ ਐਗਜ਼ਾਮਪਲ ਨਿਊਜ਼ੀਲੈਂਡ ਤੋਂ, ਉਹਨਾਂ ਦੀ ਵਾਈਫ ਪਹਿਲਾਂ ਉੱਥੇ ਜਿੱਦਾਂ 4-4 ਸਾਲ ਪੁਰਾਣੇ ਐਕਸਪੀਰੀਅੰਸ ਵੀ ਹੈਗੇ ਨੇ। ਜੇ ਕਿਸੇ ਦੀ ਸੇਮ ਰੈਂਕ ਆਰਐਨ ਦੇ ਰੈਂਕ ਦੇ ਕਿਸੇ ਹੋਰ ਕੰਟਰੀ 'ਚ ਹੈਗੀ ਹੈ ਨੌਕਰੀ, ਕੀ ਉਹ ਇੱਥੇ ਆ ਕੇ ਸਿੱਧਾ ਪ੍ਰੋਸੀਡ ਕਰ ਸਕਦੇ, ਨੌਕਰੀ ਕਰ ਸਕਦੇ, ਜਾਂ ਪਹਿਲਾਂ ਉਹਨੂੰ ਟੈਸਟ ਦੇਣਾ ਪੈਣਾ ਕੈਨੇਡਾ ਦੇ ਥੈਂਕ ਯੂ ਵਿੱਚ? ਵੈਰੀ ਮਚ ਫॉर द ग्रेट ਕੁਐਸਚਨ। ਇਹ ਬਹੁਤ ਵਧੀਆ ਸਵਾਲ ਹੈ। ਸਾਨੂੰ ਵੀ ਬਹੁਤ ਸਾਰੇ ਲੋਕਾਂ ਦੇ ਥਰੂ ਆਊਟ ਦ ਕੰਟਰੀ ਤੋਂ ਫੋਨ ਆਉਂਦੇ ਨੇ, ਵੱਖਰੀ ਕੰਟਰੀਜ਼ ਤੋਂ, ਉਹਨਾਂ ਦਾ ਵੀ ਸੇਮ ਸਵਾਲ ਹੁੰਦਾ ਹੈ। ਸੋ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੂੰਗੀ ਕਿ ਤੁਹਾਨੂੰ ਐਨਐਨਏਐਸ ਕਰਨਾ ਹੀ ਪੈਣਾ। ਓਕੇ, ਜੇ ਤੁਸੀਂ ਕਿਤੇ ਵੀ ਨਰਸ ਹੋ, ਤੁਸੀਂ ਕੈਨੇਡਾ ਦੇ ਵਿੱਚ ਨਰਸ ਬਣਨਾ, ਤੁਹਾਡਾ ਫਰਸਟ ਸਟੈਪ ਹੈ ਐਨਐਨਏਐਸ, ਜਿਨ੍ਹਾਂ ਨੇ ਤੁਹਾਡੇ ਕ੍ਰੀਡੈਂਸ਼ੀਅਲਸ ਇਵੈਲੂਏਟ ਕਰਨੇ ਨੇ। ਦੂਜਾ ਸਵਾਲ ਕਿ ਸਾਨੂੰ ਐਨਕਲੈਕਸ ਦੁਬਾਰਾ ਦੇਣਾ ਪਏਗਾ ਜੇ ਮੈਂ ਰਜਿਸਟਰਡ ਨਰਸ ਬਣਨਾ। ਹੁਣ ਇਹਦੇ 2-3 ਰਸਤੇ ਨੇ। ਪਹਿਲਾ ਤੇ ਇਹ ਹੈ ਕਿ ਜੇ ਤੁਸੀਂ ਐਨਕਲੈਕਸ ਆਲਰੇਡੀ ਲਿਖਿਆ ਹੋਇਆ, ਭਾਵੇਂ ਉਹ ਯੂਐਸਏ ਦੇ ਵਿੱਚ ਲਿਖਿਆ ਹੋਇਆ, ਆਸਟ੍ਰੇਲੀਆ ਦੇ ਵਿੱਚ ਲਿਖਿਆ ਹੋਇਆ, ਐਨਕਲੈਕਸ ਤੁਹਾਨੂੰ ਦੁਬਾਰਾ ਨਹੀਂ ਦੇਣਾ ਪਏਗਾ। ਕੈਨੇਡਾ ਐਨਕਲੈਕਸ ਨੂੰ ਮੰਨ ਲਏਗਾ, ਬਸ਼ਰਤੇ ਉਹ ਤੁਸੀਂ 2015 ਤੋਂ ਬਾਅਦ ਕੀਤਾ ਹੋਇਆ, ਕਿਉਂਕਿ ਸੀਐਨਓ ਨੇ ਰੂਲ ਚੇਂਜ ਕੀਤਾ ਸੀਗਾ ਕਿ ਆਫਟਰ 2015 ਜਿਨ੍ਹਾਂ ਨੇ ਵੀ ਕੀਤਾ ਹੋਇਆ ਵੀ ਵਿਲ ਐਕਸੈਪਟ देयर ਐਨਕਲੈਕਸ, ਰਾਈਟ। ਸੋ ਫਿਲਹਾਲ ਸੀਐਨਓ ਪ੍ਰੋਵਿੰਸ ਹੀ ਹੈ ਜਿਹੜੀ ਉਹ ਟੈਸਟ ਨੂੰ ਐਕਸੈਪਟ ਕਰ ਰਹੀ ਹੈ। ਪਰ ਜਿੱਦਾਂ ਕਈ ਲੋਕੀ ਫੋਨ ਕਰਦੇ ਨੇ
ਕਿ ਨਹੀਂ ਜੀ ਮੈਂ NCLEX ਨਹੀਂ ਲਿਖਿਆ ਸੀਗਾ ਤੇ ਮੈਂ 2010 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਰਸ ਬਣ ਗਈ ਸੀ ਤੇ ਮੈਨੂੰ ਦੱਸੋ। ਫਿਰ ਉਸ ਕੇਸ ਦੇ ਵਿੱਚ ਅਨਫੋਰਚੂਨੇਟਲੀ ਦ ਸਟੂਡੈਂਟ ਹੈਜ਼ ਟੂ ਅੰਡਰਗੋ ਆਲ ਦ ਪ੍ਰੋਸੈਸ। ਉਹਨਾਂ ਨੂੰ ਪੂਰਾ NNAS ਕਰਾਉਣਾ ਹੀ ਪੈਣਾ, ਫਿਰ ਆਪਣੀ ਰਿਪੋਰਟ ਜਿਹੜੀ ਆ ਉਹਨਾਂ ਨੂੰ CNO ਨੂੰ ਸਬਮਿਟ ਕਰਨੀ ਪੈਣੀ ਹੈ, ਫਿਰ CNO ਦੱਸੇਗਾ ਐਂਡ ਮੋਸਟ ਆਫ ਦਾ ਟਾਈਮ ਉਹਨਾਂ ਨੂੰ ਐਗਜ਼ਾਮ ਦੁਬਾਰਾ ਲਿਖਣਾ ਪੈਣਾ ਜੇ ਉਹਨਾਂ ਨੇ ਨਹੀਂ ਲਿਖਿਆ ਹੋਇਆ ਪਹਿਲਾਂ NCLEX। ਸੋ ਸਾਰੇ ਮੈਂ ਆਸ ਕਰਦਾ ਸਾਰਿਆਂ ਨੂੰ ਸਮਝ ਆ ਰਹੀ ਹੋਊਗੀ। ਜੇ ਤੁਸੀਂ ਫਿਰ ਵੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਰੁਕਾਵਟ ਆ ਰਹੀ ਆ ਤਾਂ ਤੁਸੀਂ ਮੈਮ ਦੇ ਚੈਨਲ ਤੇ ਜਾ ਕੇ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ, ਪੂਰੇ ਡਿਟੇਲ ਚ ਪਈਆਂ ਨੇ। ਚਲੋ ਮੈਮ ਆਪਾਂ ਅਗਲੇ ਕੁਐਸਚਨ ਤੇ ਕਰਦੇ ਹਾਂ। ਇਹ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਆ ਵੀ ਫੋਰ ਐਗਜ਼ਾਮਪਲ ਜੇ ਆਪਾਂ ਨੂੰ ਇੱਥੇ RN RPN ਦੀ ਐਲੀਜੀਬਿਲਟੀ ਨਹੀਂ ਮਿਲ ਰਹੀ, ਕੀ ਆਪਾਂ ਨੂੰ US ਜਾ ਕੇ ਮਿਲ ਜੂ ਜੇ ਆਪਾਂ ਵਿਜ਼ਟਰ ਤੇ ਚੱਲ ਜਾਈਏ ਜਿਵੇਂ ਵੀ ਕਿੱਦਾਂ? ਹਾਂਜੀ, ਥੈਂਕ ਯੂ ਸੋ ਮਚ। ਇਹ ਬਹੁਤ ਸਹੀ ਸਵਾਲ ਹੈ। ਜਿਹੜਾ ਅੱਜ ਕੱਲ ਸਟੂਡੈਂਟਸ ਅੱਜ ਕੱਲ ਬਹੁਤ ਇਹ ਚੱਲ ਰਿਹਾ ਸੀ, ਟਿਕਟੌਕ ਤੇ ਵੀ ਬੜੀਆਂ ਸਾਰੀਆਂ ਵੀਡੀਓਜ਼ ਬਣਾਈਆਂ ਨੇ। ਸੋ ਦੈਟਸ ਟਰੂ ਕਿ ਜੇ ਤੁਹਾਨੂੰ ਕੈਨੇਡਾ ਤੋਂ ਨਹੀਂ ਐਲੀਜੀਬਿਲਿਟੀ ਮਿਲਦੀ ਤੇ ਘਬਰਾਉਣ ਦੀ ਲੋੜ ਨਹੀਂ। ਤੁਸੀਂ USA ਨੂੰ ਅਪਲਾਈ ਕਰ ਸਕਦੇ ਹੋ, ਅੱਜ ਕੱਲ ਆਸਟ੍ਰੇਲੀਆ ਨੂੰ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਉੱਥੋਂ ਐਗਜ਼ਾਮ ਦੀ ਐਲੀਜੀਬਿਲਿਟੀ ਜਿਹੜੀ ਹੈ ਲੈ ਸਕਦੇ ਹੋ, ਖਾਸ ਕਰਕੇ NCLEX ਵਾਸਤੇ। ਸੋ ਤੁਸੀਂ ਉੱਥੋਂ ਦਾ ਪੇਪਰ ਜਿਹੜਾ ਹੈ, ਚਾਹੇ ਤੁਸੀਂ ਆਸਟ੍ਰੇਲੀਆ ਦਾ ਲਿਖੋ ਚਾਹੇ USA ਤੋਂ ਲਿਖੋ, NCLEX ਸੇਮ ਹੈ। NCLEX USA ਕੈਨੇਡਾ ਆਸਟ੍ਰੇਲੀਆ ਸੇਮ ਹੈਗਾ। ਸੋ ਜੇ ਤੁਸੀਂ ਉੱਥੋਂ ਵੀ ਪੇਪਰ ਪਾਸ ਕਰ ਲੈਂਦੇ ਹੋ ਐਂਡ ਦੈਨ ਯੂ ਕੈਨ ਜਸਟ ਸਿੰਪਲੀ ਟ੍ਰਾਂਸਫਰ ਯੂਰ ਰਿਜ਼ਲਟਸ। ਸੋ ਬਿਲਕੁਲ ਠੀਕ ਗੱਲ ਹੈ, ਜੇ ਤੁਹਾਨੂੰ ਨਹੀਂ ਐਲੀਜੀਬਿਲਿਟੀ ਮਿਲਦੀ ਕੈਨੇਡਾ ਤੋਂ ਤੇ ਤੁਸੀਂ ਬਾਕੀ ਕੰਟਰੀ ਤੋਂ ਵੀ ਲੈ ਸਕਦੇ ਹੋ। ਓਕੇ ਚਲੋ ਜੀ, ਥੈਂਕ ਯੂ ਮੈਮ। ਅਗਲਾ ਕੁਐਸਚਨ ਇਹ ਵੀ ਸੀਗਾ, ਜਿੱਦਾਂ ਹੁਣ ਆਮ ਬੱਚਾ ਕਹਿ ਦਿੰਦਾ ਵੀ ਆਪਾਂ ਚਲੋ ਆਪਾਂ RPN ਜਾਂ RN ਦੇਣ ਤੋਂ ਪਹਿਲਾਂ ਕੀ ਆਪਾਂ ਰਿਕਾਰਡਿੰਗ ਲੈਸਨ ਲੈ ਲੈਣੇ ਆ, ਸਸਤਾ ਜਿਹਾ ਕੰਮ ਆ। ਈਵਨ ਮੈਂ ਪਰਸਨਲੀ ਮਹਿਸੂਸ ਕਰਾਂ, ਮੈਂ ਵੀ ਤੁਹਾਨੂੰ ਇਹੀ ਕਿਹਾ ਸੀ ਵੀ ਆਪਾਂ ਰਿਕਾਰਡਿੰਗ ਲੈਸਨ ਲੈ ਲੈਣੇ ਆ। ਕਿਤੇ ਨਾ ਕਿਤੇ ਪੈਸੇ ਕਰਕੇ ਵੀ ਹੁੰਦਾ ਜਾਂ ਬੰਦੇ ਨੂੰ ਹੁੰਦਾ ਵੀ ਚਲੋ ਰਿਕਾਰਡਿੰਗ ਲੈ ਲੈਣੇ ਆਪਾਂ ਕਲਾਸ ਨਾ। ਤੁਸੀਂ ਕੀ ਰਿਕਮੈਂਡ ਕਰੋਗੇ ਬੱਚੇ ਨੂੰ, ਵੀ ਰਿਕਾਰਡਿੰਗ ਹੀ ਲੈਣੀ ਚਾਹੀਦੀ ਆ? ਹਾਂਜੀ, ਸੋ ਮੈਂ ਆਪਣੇ ਇੰਸਟੀਚਿਊਟ ਬਾਰੇ ਗੱਲ ਕਰ ਸਕਦੀ ਹਾਂ, ਹੈ ਨਾ, ਤੇ ਮੈਨੂੰ ਨਹੀਂ ਪਤਾ ਕਿ ਬਾਕੀ ਕੀ ਹੋ ਰਿਹਾ। ਜੋ ਅਸੀਂ ਕਰਦੇ ਹਾਂ, ਜੋ ਅਸੀਂ ਕਲਾਸ ਦੇ ਵਿੱਚ ਲਾਈਵ ਪੜ੍ਹਾਉਂਦੇ ਹਾਂ ਉਹੀ ਅਸੀਂ ਰਿਕਾਰਡ ਕਰਦੇ ਹਾਂ। ਸੋ ਉਹਦੇ ਵਿੱਚ ਇਹ ਹੈ ਕਿ ਜਿਹੜੇ ਕਲਾਸ ਦੇ ਵਿੱਚ ਸਟੂਡੈਂਟਸ, ਜੇ ਮੰਨ ਲਓ ਤੁਸੀਂ ਤੁਹਾਡੀ ਸ਼ਿਫਟ ਹੈ, ਤੁਸੀਂ ਨਹੀਂ ਆ ਪਾਏ, ਹੈ ਨਾ, ਕਈ ਸਟੂਡੈਂਟਸ ਹੁੰਦੇ ਵਿਚਾਰੇ PR ਲਈ ਕੰਮ ਕਰ ਰਹੇ ਆ, ਨਹੀਂ ਇੰਪਲੋਇਰ ਛੁੱਟੀ ਦਿੰਦਾ, ਰਾਈਟ। ਸੋ ਜੋ ਵੀ ਅਸੀਂ ਕਲਾਸ ਦੇ ਵਿੱਚ ਪੜ੍ਹਾਉਂਦੇ ਹਾਂ ਤਾਂ ਕਿ ਸਟੂਡੈਂਟ ਦਾ ਕੋਈ ਨੁਕਸਾਨ ਨਾ ਹੋਵੇ, ਤੁਹਾਨੂੰ ਜੋ ਵੀ ਤੁਹਾਡੇ ਕਲਾਸਮੇਟਸ ਨੇ ਕੁਐਸਚਨ ਪੁੱਛਿਆ ਸਾਰਾ ਕੁਝ ਤੁਹਾਨੂੰ ਪੂਰਾ ਰਿਕਾਰਡਡ ਜਿਹੜਾ ਹੈਗਾ ਉਹ ਮਿਲਦਾ ਹੈ। ਫॉर आवर इंस्टीट्यूट्स आई वुड से कि कोई ਬਹੁਤਾ ਫਰਕ ਨਹੀਂ ਪੈਂਦਾ। ਹਾਂਜੀ, ਪਰ ਲਾਈਵ ਕਲਾਸ ਦਾ ਬੈਨੀਫਿਟ ਤੇ ਹੈ ਹੀ ਹੈ, ਕਿਉਂਕਿ ਜੇ ਤੁਸੀਂ ਕਲਾਸ ਦੇ ਵਿੱਚ ਬੈਠੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਗਿਆ, ਰਾਈਟ, ਤੁਸੀਂ ਇਮੀਡੀਏਟਲੀ ਪੁੱਛ ਸਕਦੇ ਹੋ। ਰਿਕਾਰਡਿੰਗ ਦੇ ਵਿੱਚ ਇਹ ਹੈ ਕਿ ਪੁੱਛ ਤਾਂ ਤੁਸੀਂ ਫਿਰ ਵੀ ਸਕਦੇ ਹੋ ਕਿਉਂਕਿ ਵੀ ਸਪੋਰਟ ਆਰ ਸਟੂਡੈਂਟਸ, ਪਰ ਇਹ ਹੈ ਕਿ ਹੋ ਸਕਦਾ ਕਿ ਤੁਹਾਨੂੰ ਜਵਾਬ ਥੋੜਾ ਡਿਲੇਡ ਮਿਲੇ ਜਾਂ ਕਿ ਲਾਈਕ ਤੁਹਾਨੂੰ ਵੇਟ ਕਰਨੀ ਪਵੇ। ਸੋ ਦਿਸ ਇਜ਼ ਦ ਓਨਲੀ ਡਿਫਰੈਂਸ। ਪਰ ਅਪਾਰਟ ਫਰਮ ਦੈਟ, ਕੁਆਲਿਟੀ ਵਾਈਜ਼, ਕੁਆਲਿਟੀ ਆਫ ਐਜੂਕੇਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਉਹਦੇ 'ਚ ਕੋਈ ਫਰਕ ਨਹੀਂ ਹੈਗਾ। ਸਾਡੇ ਸਟੂਡੈਂਟਸ ਦੇ ਅਸੀਂ ਈਵਨ ਰਿਸਰਚ ਵੀ ਕਰਕੇ ਦੇਖੀ ਆ, ਜਿਹੜੇ ਸਟੂਡੈਂਟ ਕਈ ਵਾਰੀ ਰਿਕਾਰਡਡ ਪੈਕੇਜ ਲੈਂਦੇ ਨੇ ਜਾਂ ਲਾਈਵ ਪੈਕੇਜ ਦੇ ਵਿੱਚ ਆਉਂਦੇ ਨੇ, ਪ੍ਰੀਟੀ ਮਚ ਦ ਸੇਮ ਰਿਜ਼ਲਟਸ, ਕੋਈ ਬਹੁਤ ਫਰਕ ਨਹੀਂ ਹੈਗਾ ਰਿਜ਼ਲਟਸ ਪਾਸਿੰਗ ਰੇਟਸ ਦੇ ਵਿੱਚ। ਓਕੇ, ਸੋ ਜਿੱਦਾਂ ਇੱਕ ਕੁਐਸਚਨ ਹੋਰ ਵੀ ਸੀ ਇਹਦੇ ਨਾਲ ਹੀ, ਅਕਸਰ ਜਦੋਂ ਰਮਨ ਦਾ ਵੀ ਮੈਮ ਕਲੀਅਰ ਹੋਇਆ ਨਾ ਤੋਂ ਬਾਅਦ ਬਹੁਤ ਕੁੜੀਆਂ ਜਿਹੜੀਆਂ ਫਰੈਂਡ ਸੀ, ਸਾਡੇ ਰਿਸ਼ਤੇਦਾਰ ਸੀ ਜਾਂ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਥੋੜੇ ਜਿਹੇ ਤਰਨ ਮੈਮ ਮਹਿੰਗੇ ਨੇ, ਇਹਦੇ ਬਾਰੇ ਤੁਸੀਂ ਕਿੱਦਾਂ ਕਰੋਗੇ? ਭੱਜਦਾ ਬਿਲਕੁਲ। ਨਹੀਂ, ਇਹ ਮੈਨੂੰ ਤੁਹਾਡੇ ਚੈਨਲ ਦੀ ਬਹੁਤ ਵਧੀਆ ਗੱਲ ਲੱਗਦੀ ਹੈ ਕਿ ਤੁਸੀਂ ਬਿਲਕੁਲ ਸਿੱਧਾ ਸਵਾਲ ਪੁੱਛਦੇ ਹੋ ਤੇ ਮੈਂ ਉਹਦਾ ਜਵਾਬ ਵੀ ਸਿੱਧਾ ਦਊਂਗੀ। ਨਹੀਂ, ਬਿਲਕੁਲ ਸਹੀ ਸਵਾਲ ਹੈ ਤੁਹਾਡਾ। ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਮੈਂ ਮਤਲਬ ਦੱਸੂਗੀ ਕਿ ਦੇਖੋ, ਕੁਆਲਿਟੀ ਐਜੂਕੇਸ਼ਨ ਕਮਸ ਐਟ ਅ ਪ੍ਰਾਈਸ, ਰਾਈਟ। FBNPC ਨੇ ਬੜੇ ਸਾਰੇ EMPLOYEES ਜਿਹੜੇ ਹਾਇਰ ਕੀਤੇ ਹੈ ਤੇ ਇਕੱਲੇ ਤਰਨ ਮੈਮ ਨਹੀਂ ਮਹਿੰਗੇ, ਕੰਪਨੀ ਪ੍ਰੋਬਬਲੀ ਹੋ ਸਕਦਾ ਮਾੜੀ ਜੀ ਮਹਿੰਗੀ ਹੋਵੇ, ਤੇ ਬਹੁਤ ਸਾਰੇ EMPLOYEES ਨੇ, ਐਗਜ਼ਾਮ ਸੌਫਟਵੇਅਰਸ ਨੇ, ਜਿਨ੍ਹਾਂ ਟੈਕਸਿਸ ਨੇ, ਰਜਿਸਟ੍ਰੇਸ਼ਨਸ ਨੇ, ਬਹੁਤ ਸਾਰੀ ਚੀਜ਼ ਜਿਹੜੀ ਹੈ ਬੈਕਗਰਾਊਂਡ ਦੇ ਵਿੱਚ ਚੱਲਦੀ ਹੁੰਦੀ ਹੈ ਜਿਹਦਾ ਸਟੂਡੈਂਟ ਨੂੰ ਅੰਦਾਜ਼ਾ ਨਹੀਂ ਹੁੰਦਾ। ਪਰ ਜੇ ਤੁਸੀਂ ਕੁਆਲਿਟੀ ਐਜੂਕੇਸ਼ਨ ਲੈਣੀ ਹੈ ਤੇ ਉਹਦੇ ਲਈ ਪੇ ਕਰਨਾ ਪੈਂਦਾ। ਹੁਣ ਮੈਂ ਤੁਹਾਨੂੰ ਲਾਈਵ ਐਗਜ਼ਾਮਪਲਸ ਦਊਂਗੀ ਕਿ ਸਟੂਡੈਂਟਸ, ਮੈਨੂੰ ਬਹੁਤ ਖੁਸ਼ੀ ਹੈ ਔਰ ਮੈਨੂੰ ਗਰਵ ਹੈ ਕਿ ਜਿਹੜਾ ਫਿਊਚਰ ਬਿਲਡਿੰਗ ਨਰਸਿੰਗ ਪ੍ਰੈਪ ਸੈਂਟਰ ਹੈ ਉਹ ਸਟੂਡੈਂਟਸ ਦਾ ਲਾਸਟ ਰਿਜ਼ੋਰਟ ਹੈ। ਜੇ ਉਹ ਕਿਤੋਂ ਵੀ ਨਹੀਂ ਪਾਸ ਹੁੰਦੇ ਨਾ, ਪਹਿਲਾਂ ਵਿਚਾਰੇ ਟਰਾਈ ਕਰਕੇ ਆਉਂਦੇ ਆ ਐਂਡ ਦੈਨ ਐਟਲੀਸਟ ਦੇ ਨੋ ਕਿ ਚਲੋ FBNPC ਕੋਲ ਜਾਵਾਂਗੇ ਤੇ ਪਾਸ ਹੋ ਜਾਵਾਂਗੇ। ਹੁਣ ਮੇਰਾ ਸਟੂਡੈਂਟਸ ਨੂੰ ਇਹ ਸਵਾਲ ਹੈ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਕਿ ਕੀ ਇੰਪੋਰਟੈਂਟ ਹੈ, ਰਾਈਟ। ਤੁਸੀਂ ਨਰਸ ਬਣ ਕੇ ਐਜ਼ ਅ ਸਾਈਡ ਇੱਕ ਮਹੀਨੇ ਦੇ ਵਿੱਚ $6-7 ਹਜ਼ਾਰ ਤੁਸੀਂ ਕਮਾ ਸਕਦੇ ਹੋ, ਰਾਈਟ। ਸੋ ਹੁਣ ਤੁਸੀਂ ਇਹ ਸੋਚੋ ਕਿ ਤੁਸੀਂ $200-300 ਦੇਖੋਗੇ। ਜੇ ਤੁਹਾਡਾ ਪੇਪਰ ਨਹੀਂ ਕਲੀਅਰ ਹੋਇਆ, ਤੁਸੀਂ ਦੇਖੋ ਕਿੰਨਾ ਚੀਜ਼ਾਂ ਤੁਸੀਂ ਮਿਸ ਕੀਤੀਆਂ। ਪਹਿਲਾਂ ਤੇ ਤੁਸੀਂ 3-4 ਮਹੀਨੇ ਵੇਸਟ ਕੀਤੇ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੋਈ ਗੱਲ ਸਮਝ ਆਈ ਜਾਂ ਨਹੀਂ ਆਈ। ਉਸ ਤੋਂ ਬਾਅਦ ਤੁਹਾਡਾ ਪੇਪਰ ਫੇਰ ਨਹੀਂ ਕਲੀਅਰ ਹੋਇਆ, ਤੁਸੀਂ ਫੇਰ FBNPC ਕੋਲ ਆਏ, ਤੁਸੀਂ ਫੇਰ ਫੀਸ ਪੇ ਕੀਤੀ। ਹੁਣ ਤੁਸੀਂ ਦੇਖੋ ਕਿ ਤੁਸੀਂ 200 ਜਾਂ 300 ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਯੂ ਆਰ ਪੇਇੰਗ ਡਬਲ, ਰਾਈਟ। ਤੇ ਉਹਦੇ ਨਾਲੋਂ ਵੀ ਪੇਮੈਂਟ ਵੀ ਤੁਸੀਂ ਛੱਡੋ, ਟਾਈਮ ਦੇਖੋ। ਹੁਣ ਤੁਹਾਡੀ ਫਰੈਂਡ ਜਿਹੜੀ ਤੁਹਾਡੇ ਤੋਂ 6 ਮਹੀਨੇ ਪਹਿਲਾਂ ਨਰਸ ਬਣ ਗਈ,
ਤੁਸੀਂ ਆਪ ਸਮਝਦਾਰ ਹੋ, ਕੈਲਕੂਲੇਟ ਕਰਕੇ ਦੇਖ ਲਓ, ਜੇ ਉਹਨੇ $6000 ਕਮਾਇਆ ਮਹੀਨੇ ਦੇ ਵਿੱਚ ਤੇ 6 36 ਉਹ ਤੁਹਾਡੇ ਨਾਲੋਂ $36000 ਪਹਿਲਾਂ ਕਮਾ ਗਈ, ਰਾਈਟ? ਬਿਲਕੁਲ ਸੋ ਅੱਜ ਦੀ ਜ਼ਿੰਦਗੀ ਦੇ ਵਿੱਚ ਜੋ ਮੇਰਾ ਸਵਾਲ ਹੈ, ਜੋ ਮੈਂ ਕਹਿਣਾ ਚਾਹੁੰਦੀ ਹਾਂ, ਨਾਟ ਸੌਰੀ ਮੇਰਾ ਸਵਾਲ ਨਹੀਂ ਹੈ, ਪਰ ਮੈਂ ਜੋ ਦੱਸਣਾ ਚਾਹੁੰਦੀ ਹਾਂ ਕਿ ਟਾਈਮ ਇਜ਼ ਮਨੀ, ਰਾਈਟ? ਹਾਂਜੀ ਟਾਈਮ ਬੜਾ ਕੀਮਤੀ ਹੈ, ਟਾਈਮ ਨੂੰ ਤੁਸੀਂ ਬਚਾਓ। ਔਰ ਤੁਸੀਂ ਇਹ ਦੇਖੋ ਕਿ ਤੁਹਾਨੂੰ ਕਿੰਨਾ ਬੈਨੀਫਿਟ ਹੈ ਉਸ ਚੀਜ਼ ਦਾ। ਮਤਲਬ ਜਦੋਂ ਅਸੀਂ ਪੜ੍ਹਾਉਂਦੇ ਹਾਂ, ਜੋ ਸਾਡੇ ਇੰਸਟੀਚਿਊਟਸ ਦੀ ਮੈਂ ਕੁਆਲਿਟੀ ਦੱਸ ਸਕਦੀ ਹਾਂ ਕਿ ਅਸੀਂ ਇਕੱਲਾ ਤੁਹਾਨੂੰ ਐਗਜ਼ਾਮ ਲਈ ਨਹੀਂ ਤਿਆਰ ਕਰ ਰਹੇ, ਅਸੀਂ ਤੁਹਾਨੂੰ ਤਿਆਰ ਕਰ ਰਹੇ ਹਾਂ ਕਿ ਕੱਲ ਨੂੰ ਜਦੋਂ ਤੁਸੀਂ ਫਲੋਰ ਤੇ ਜਾ ਕੇ ਐਜ਼ ਅ ਨਰਸ ਕੰਮ ਕਰੋਗੇ, ਯੂ ਵਿਲ ਬੀ ਕੌਨਫੀਡੈਂਟ। ਤੁਹਾਨੂੰ ਕੋਈ ਇਹ ਨਹੀਂ ਕਹਿ ਸਕੇਗਾ ਕਿ ਯਾਰ ਇਹਨੂੰ ਤੇ ਇਹ ਵੀ ਨਹੀਂ ਚੀਜ਼ ਸਮਝ ਆਉਂਦੀ, ਇਹਨੂੰ ਤੇ ਅਸੈਸਮੈਂਟ ਨਹੀਂ ਕਰਨੀ ਆਉਂਦੀ, ਇਹਨੂੰ ਤੇ ਇਹ ਨਹੀਂ ਪਤਾ ਕਿ ਪੇਸ਼ੈਂਟ ਦੀ ਆਸਕਲਟੇਸ਼ਨ ਕਿੱਦਾਂ ਕਰਨੀ ਹੈ। ਵੈਨ ਯੂ ਵਿਲ ਗੋ ਵਿਦ ਦ ਕੌਨਫੀਡੈਂਸ। ਸਾਡੇ ਸਟੂਡੈਂਟਸ ਦੀ ਸਿਲੈਕਸ਼ਨਸ ਵੀ ਜਿਹੜੀਆਂ ਨੇ ਇੰਟਰਵਿਊ ਦੇ ਵਿੱਚ ਉਹ ਬਹੁਤ ਜ਼ਿਆਦਾ ਨੇ। ਇੰਪਲੋਇਰ ਸੈਟਿਸਫੈਕਸ਼ਨ ਜਿਹੜਾ ਰੇਟ ਹੈਗਾ, ਜਿਨ੍ਹਾਂ ਨੇ ਐਪੀਐਨਪੀਸੀ ਸਟੂਡੈਂਟਸ ਨੂੰ ਹਾਇਰ ਕੀਤਾ, ਦਿਸ ਇਜ਼ ਦੇ ਆਰ ਰੀਅਲੀ ਹੈਪੀ। ਉਹ ਕਹਿੰਦੇ ਕਿ ਸਟੂਡੈਂਟਸ ਦਾ ਜਿਹੜਾ ਕੰਟੈਂਟ ਬੇਸ ਹੈ ਉਹ ਬਹੁਤ ਜ਼ਿਆਦਾ ਹੈ। ਸੋ ਸਟੂਡੈਂਟਸ ਜਿਹੜੇ ਨੇ ਉਹ ਸਰਵਿਸਿਜ਼ ਨੂੰ ਕਈ ਵਾਰੀ ਇਗਨੋਰ ਕਰ ਜਾਂਦੇ ਨੇ, ਔਰ ਉਹਨਾਂ ਦਾ ਫਾਲਟ ਨਹੀਂ ਹੈ। ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਆਈ ਸੀਗੀ ਤੇ ਮੈਂ ਵੀ ਸਮਝਦੀ ਹਾਂ ਕਿ ਪਾਈ ਜਿਹੜੀਆਂ ਨਾ ਬੜੀ ਜ਼ਰੂਰੀ ਹੈ। ਮੈਂ ਵੀ $300 ਮਹੀਨੇ ਤੇ ਗੁਜ਼ਾਰਾ ਕੀਤਾ ਹੋਇਆ, ਰਾਈਟ, ਐਜ਼ ਅ ਇੰਟਰਨੈਸ਼ਨਲ ਸਟੂਡੈਂਟ। ਸੋ ਮੈਂ ਸਮਝ ਸਕਦੀ ਹਾਂ। ਬਟ ਮੈਂ ਸਾਰਿਆਂ ਨੂੰ ਇਹੀ ਸੁਜੈਸ਼ਨ ਦਿੰਦਾ ਵੀ ਤੁਸੀਂ 5 ਵਾਰੀ $1000 ਭਾਣ ਨਾਲੋਂ ਇੱਕ ਵਾਰੀ ਵਧੀਆ ਪੇ ਕਰ ਦਿਓ, ਬਿਲਕੁਲ ਹਨਾ ਜੀ। ਬਿਲकुल। ਬਾਕੀ ਸਲੋਗਨ ਯੂਜ਼ ਕਰਿਆ ਕਰੋ ਮੈਮ, फ्यूचर बिल्डिंग नर्स प्रेप सेंटर, सस्ता नहीं सबसे अच्छा। That's so true, that's so true। और मैं ਤੁਹਾਡੇ ਚੈਨਲ ਦੇ ਰਾਹੀਂ ਸ਼ੁਕਰਾਨਾ ਵੀ ਕਰਨਾ ਚਾਹੂੰਗੀ ਸਾਰੇ ਸਟੂਡੈਂਟਸ ਦਾ, ਉਹਨਾਂ ਦੀਆਂ ਫੈਮਲੀਆਂ ਦਾ, ਜਿਹੜੇ ਸਾਡੇ ਤੇ ਟਰਸਟ ਕਰਦੇ ਨੇ, ਇੰਨਾ ਮਾਣ ਦਿੰਦੇ ਆ ਸਾਨੂੰ, ਕਿਉਂਕਿ ਸਟੂਡੈਂਟਸ ਤੋਂ ਬਿਨਾ ਕੁਝ ਨਹੀਂ ਹੈ, ਰਾਈਟ? ਇੰਨਾ ਰਿਸਪੈਕਟ, ਇੰਨਾ ਪਿਆਰ, ਤੇ ਇੰਨਾ ਜ਼ਿਆਦਾ ਪਿਆਰ ਹੈ ਕਿ ਹੁਣ ਸਾਡੇ ਤੋਂ ਉਂਗਲਾਂ ਤੇ ਗਿਣੇ ਵੀ ਨਹੀਂ ਜਾਂਦੇ ਕਿ ਅਸੀਂ ਕਿੰਨੇ ਸਟੂਡੈਂਟ ਪਾਸ ਕਰਾ ਦਿੱਤੇ। ਨਹੀਂ ਬਿਲਕੁਲ ਜੀ, ਬਿਲਕੁਲ। ਤੁਹਾਡਾ ਬਹੁਤ ਸੋਹਣਾ ਕੰਮ ਆ ਜੀ, ਬਹੁਤ ਸੋਹਣਾ। ਮੈਂ ਕੋਲੇ ਬਹਿ ਕੇ ਮੈਂ ਵੀ ਬਹੁਤ ਲਏ ਨੇ ਲੈਸਨ ਚੋਰੀ ਤਾਂ ਭਾਜੀ ਸਟ੍ਰੈਚਰ ਤੇ ਤੁਸੀਂ ਨਰਸਿੰਗ ਦਾ ਐਗਜ਼ਾਮ ਦਿਓ ਫਿਰ। ਪੂਰਾ ਵਧੀਆ ਕੰਮ ਆ। ਮੈਂ ਕਹਿੰਦਾ ਜੇ ਜੀ ਮੈਂ ਸਟਾਰਟ ਕਰਦਾ ਮੈਂ ਵੀ ਕੱਢ ਜਾ ਆਰਾਮ ਨਾਲ, ਮੈਨੂੰ ਲੱਗਦਾ, ਪਰ ਮੈਂ ਕਰਨਾ ਨਹੀਂ। ਮੈਮ ਆਪਾਂ ਅਗਲਾ ਕੁਐਸਚਨ ਹੈ, ਤੁਸੀਂ ਸਿਰਫ ਕੈਨੇਡਾ ਬਾਈ ਬੱਚੇ ਨੂੰ ਸਿਖਾਉਂਦੇ ਜਾਂ ਹੋਰ ਕੰਟਰੀਆਂ ਤੋਂ ਵੀ ਬੱਚੇ ਨੂੰ ਲੈਣੇ, ਜਿੱਦਾਂ ਕਿ ਹੋਰ ਕੰਟਰੀ ਤੋਂ ਹੋਵੇ? ਗ੍ਰੇਟ ਕੁਐਸਚਨ। ਸਾਡੇ ਕੋਲ ਬਹੁਤ ਸਾਰੇ, ਮੈਂ 10-11 ਕੰਟਰੀ ਤੇ ਮੈਨੂੰ ਪਤਾ ਹੀ ਹੈ ਕਿ ਜਿਹੜੇ ਮੈਂ ਐਵਰੀ ਈਅਰ ਸਟੂਡੈਂਟਸ ਨਾਲ ਡੀਲ ਕਰਦੀ ਹਾਂ। ਸਾਡੇ ਕੋਲ ਸਟੂਡੈਂਟਸ ਨੇ USA ਤੋਂ ਨੇ, ਇੰਡੀਆ ਤੋਂ ਨੇ, ਪਾਕਿਸਤਾਨ, ਆਸਟ੍ਰੇਲੀਆ, ਨੇਪਾਲ, ਫਿਲੀਪੀਨ, ਕੈਮਰੂਨ, ਸਾਡੇ ਕੋਲ ਕੀਨੀਆ, ਅਫਰੀਕਾ, ਕੋਰੀਆ, ਰਾਈਟ? ਇਹ ਤੇ ਮੇਰੇ ਮਤਲਬ ਟਿਪਸ ਤੇ ਯਾਦ ਨੇ ਮੈਨੂੰ, ਬਟ ਵੀ ਹੈਡ ਕਪਲ ਆਫ ਚਾਈਨੀਜ਼ ਸਟੂਡੈਂਟਸ ਐਜ਼ ਵੈਲ, ਰਾਈਟ? ਸੋ ਸਟੂਡੈਂਟਸ ਕਿਤੇ ਵੀ, ਦੈਟਸ ਦ ਬਿਊਟੀ ਆਫ ਆਨਲਾਈਨ ਕਲਾਸਿਸ, ਕਿ ਤੁਸੀਂ ਕਿਤੇ ਵੀ ਬੈਠ ਕੇ ਜਿਹੜਾ ਹੈਗਾ ਉਹ ਆਪਣਾ ਲਰਨ ਕਰ ਸਕਦੇ ਹੋ, ਰਾਈਟ? ਸੋ ਵੀ ਹੈਵ ਸਟੂਡੈਂਟਸ ਫਰਮ ਆਲ ਓਵਰ। ਤੇ ਮੈਮ ਫਿਰ ਇਹਨਾਂ ਦਾ ਕਿੱਦਾਂ ਸਕੈਜੂਲਡ ਕਿੱਦਾਂ ਕਰਦੇ ਹੋ? ਇਹਦੀ ਗੱਲ ਮੈਂ ਤਾਂ ਪੁੱਛੀ ਹੈ ਕਿਉਂਕਿ ਜੇ ਤੁਹਾਡੇ ਕੋਲ ਸਟੂਡੈਂਟ ਹੋਣਾ, ਕੱਲ ਨੂੰ ਕੋਈ ਮੰਨ ਲਓ ਬਰੈਂਪਟਨ ਚੋਂ ਕਿਸੇ ਕੁੜੀ ਨੇ ਕਰਨਾ, ਉਹ ਕਹਿੰਦੀ ਵੀ ਮੈਂ ਮਾਰਨਿੰਗ ਨਹੀਂ ਕਲਾਸ ਲੱਗਦੀ, ਫਿਰ ਕਿੱਦਾਂ ਸੈਟਅਪ ਕਰਦੇ ਹੋ ਸਾਰਾ? ਹਾਂਜੀ, ਇਹ ਵੀ ਤੁਹਾਡਾ ਬੜਾ ਅੱਛਾ ਗ੍ਰੇਟ ਕੁਐਸਚਨ ਹੈ। ਦੇਖੋ, FBNPC ਦਾ ਮੋਟੋ ਇਹ ਹੈ ਕਿ ਵੀ ਬਿਲੀਵ ਇਨ ਕੁਆਲਿਟੀ, ਹੈ ਨਾ? ਅਸੀਂ ਬਹੁਤੇ ਜ਼ਿਆਦਾ ਗਰੁੱਪਸ ਸ਼ੁਰੂ ਹੀ ਨਹੀਂ ਕਰਦੇ, ਕਿਉਂਕਿ ਦੇਖੋ ਜਦੋਂ ਤੁਸੀਂ ਕੁਆਲਿਟੀ ਐਜੂਕੇਸ਼ਨ ਦੇਣੀ ਹੈ ਨਾ, ਤੇ ਆਫ ਕੋਰਸ ਤੁਹਾਨੂੰ ਤੁਸੀਂ ਕੁਆਂਟੀਟੀ ਨਹੀਂ ਦੇ ਸਕਦੇ, ਰਾਈਟ? ਦਿਸ ਇਜ਼ ਵਾਟ ਵੀ, ਸੋ ਸਾਡੇ ਇੱਕ ਟਾਈਮ ਤੇ ਇੱਕੋ ਬੈਚ ਚੱਲਦਾ, ਬਿਕਾਜ਼ ਦ ਟੀਚਰਸ ਹੈਜ਼ ਟੂ ਸਟੇ ਫੋਕਸਡ ਐਜ਼ ਵੈਲ, ਕਿਉਂਕਿ ਸਾਨੂੰ ਇਹ ਹੈ ਕਿ ਜਿਹਦੀ ਜ਼ਿੰਮੇਵਾਰੀ ਅਸੀਂ ਲੈ ਲਈ, ਅਸੀਂ ਉਹ ਪੂਰੀ ਕਰਨੀ ਹੈ। ਸਾਨੂੰ ਇਹ ਨਹੀਂ ਹੈ ਕਿ ਇਹਨੂੰ ਵੀ ਫੜ ਲਓ, ਉਹਨੂੰ ਵੀ ਫੜ ਲਓ, ਤੇ ਤੁਸੀਂ ਪੜ੍ਹਾ ਨਾ ਪਾਓ ਕਿਸੇ ਨੂੰ ਵੀ, ਰਾਈਟ? ਨੋ, ਅਸੀਂ ਇੱਕ ਟਾਈਮ ਤੇ ਇੱਕੋ ਬੈਚ ਰਨ ਹੁੰਦਾ। ਮੋਸਟ ਆਫ ਦਾ ਟਾਈਮ ਜਿਹੜੇ ਟਾਈਮਿੰਗ ਨੇ, ਲਾਈਕ ਮੋਸਟ ਈਵਨਿੰਗ ਟਾਈਮਿੰਗ ਨੇ ਨਰਸਿੰਗ ਪ੍ਰੋਗਰਾਮਸ ਦੇ, ਲਾਈਕ ਖਾਸ ਕਰਕੇ NCLEX ਦਾ ਸਾਡਾ ਈਵਨਿੰਗ ਹੈ, ਤੇ ਜਿੱਦਾਂ REXPN ਸਾਡਾ ਮਾਰਨਿੰਗ ਚੱਲਦਾ, ਰਾਈਟ? ਇੱਕ ਬੈਚ ਹੀ ਚੱਲਦਾ ਇੱਕੋ ਟਾਈਮ ਤੇ। ਇੱਕ ਬੈਚ ਸਾਡਾ ਆਲਮੋਸਟ 3 ਤੋਂ ਲੈ ਕੇ 3.5 ਮਹੀਨੇ ਦਾ ਹੁੰਦਾ NCLEX ਦਾ, ਤੇ 2 ਤੋਂ 2.5 ਮਹੀਨੇ ਅਸੀਂ ਪੜ੍ਹਾਉਂਦੇ ਹਾਂ REXPN, ਰਾਈਟ? ਸੋ ਇੱਕ ਟਾਈਮ ਤੇ ਇੱਕੋ ਬੈਚ ਚੱਲਦਾ, ਤਦੀ ਸਟੂਡੈਂਟਸ ਨੂੰ ਅਸੀਂ ਕਹਿੰਦੇ ਆ ਕਿ ਪਲੀਜ਼ ਬੁੱਕ ਯੋਰ ਸਪੌਟਸ ਐਜ਼ ਅਰਲੀ ਐਜ਼ ਪੋਸੀਬਲ। ਤੇ ਫਿਰ ਜਿਹਦਾ ਟਾਈਮ ਨਹੀਂ ਐਡਜਸਟ ਹੁੰਦਾ, ਐਜ਼ ਅ ਸੈਡ ਕਿ ਅਸੀਂ ਰਿਕਾਰਡਿੰਗਸ ਤੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ, ਪਲੱਸ ਦੇ ਹੈਵ ਮੈਂਟਰ ਸਪੋਰਟ ਐਜ਼ ਵੈਲ। ਸੋ ਸਟੂਡੈਂਟ ਨੂੰ ਕੋਈ ਵੀ ਸਵਾਲ ਹੁੰਦਾ ਉਹ ਸਾਨੂੰ ਭੇਜਦੇ ਨੇ, ਐਂਡ ਜਿਹੜੇ ਮੈਂਟਰਸ ਨੇ ਦੇ ਰਿਪਲਾਈ ਦਮ ਬੈਕ, ਕਿਉਂਕਿ ਸਾਨੂੰ ਹੁੰਦਾ ਕਿ ਸਟੂਡੈਂਟ ਸਪੋਰਟਡ ਫੀਲ ਕਰੇ, ਜੇ ਉਹਦੇ ਮਨ 'ਚ ਕੋਈ ਸਵਾਲ ਆਇਆ ਤਾਂ ਉਹਨੂੰ ਜਵਾਬ ਮਿਲੇ ਵਾਪਸ। ਚਲੋ ਦੈਟਸ ਗੁੱਡ। ਤੇ ਮੈਮ ਇਹ ਤੋਂ ਬਿਨਾਂ ਤੁਸੀਂ RPN RN ਤੋਂ ਬਿਨਾਂ ਹੋਰ ਕਿਹੜੇ ਟੈਸਟ ਕਰਾਉਂਦੇ ਹੋ? ਜਾਂ ਮੈਂ ਸੁਣਿਆ ਇੰਗਲਿਸ਼ ਦਾ ਵੀ ਕਰਾਉਣੇ ਸ਼ਾਇਦ ਇੱਕ। ਹਾਂਜੀ, ਦੈਟਸ ਰਾਈਟ। ਅਸੀਂ ਇੰਗਲਿਸ਼ ਦੀ ਸੈਲਬੈਨ ਦੀ ਤਿਆਰੀ ਕਰਾਉਂਦੇ ਹਾਂ। ਸੋ ਇਹ ਸਾਡੇ 3 ਮੇਨ ਪ੍ਰੋਗਰਾਮਸ ਨੇ। ਪਲੱਸ ਉਸ ਤੋਂ ਇਲਾਵਾ ਇਹ ਮੈਂ ਦੱਸਣਾ ਚਾਹੂੰਗੀ ਕਿ ਅਸੀਂ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਵੀ ਸਟੂਡੈਂਟਸ ਦੀ ਜਿਹੜੀ ਹੈ ਹੈਲਪ ਕਰਦੇ ਹਾਂ। ਵੀ ਹੈਵ ਐਡਵਾਈਜ਼ਰਸ, ਮਤਲਬ ਜਿਹੜੇ ਦੇ ਕੈਨ ਹੈਲਪ ਯੂ ਆਊਟ ਵਿਦ ਐਪਲੀਕੇਸ਼ਨ ਪ੍ਰੋਸੈਸਿੰਗ, ਜੇ ਤੁਸੀਂ ਸਟਕ ਹੋ ਗਏ ਹੋ। ਵੈਸੇ ਤਾਂ ਅਸੀਂ ਸਟੂਡੈਂਟਸ ਨੂੰ ਐਨਕਰੇਜ ਕਰਦੇ ਹਾਂ ਕਿ ਉਹ ਆਪਣਾ ਕੰਮ ਆਪ ਕਰਨ, ਦੈਟਸ ਵਾਈ ਅਸੀਂ YouTube ਚੈਨਲ ਤੇ ਸਾਰੀਆਂ ਵੀਡੀਓਜ਼ ਬਣਾਈਆਂ ਹੋਈਆਂ ਨੇ। ਪਰ ਜੇ ਫਿਰ ਵੀ ਕੋਈ ਸਟਕ ਹੋ ਗਿਆ ਤੇ ਵੀ ਹੈਵ ਸਪੋਰਟ ਸਿਸਟਮ ਅਵੇਲੇਬਲ, ਰਾਈਟ? ਸੋ REXPN ਐਗਜ਼ਾਮ ਹੈ, NCLEX ਹੈ, ਸੈਲਬੈਨ ਹੈ, ਤੇ ਪਲੱਸ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਹੈਲਪ ਕਰਦੇ ਹਾਂ। ਓਕੇ, ਸਟੂਡੈਂਟ ਨੇ ਹੁਣ ਆਪਣੀ ਵੀਡੀਓ ਤੋਂ ਬਾਅਦ ਜੇ ਕਿਸੇ ਨੇ ਤੁਹਾਨੂੰ ਕੰਟੈਕਟ ਕਰਨਾ ਹੋਵੇ,
ਫੋਰ ਐਗਜ਼ਾਮਪਲ ਟੈਸਟ ਬੁੱਕ ਕਰਨਾ ਜਾਂ ਤੁਹਾਡੇ ਨਾਲ ਸ਼ੁਰੂ ਕਰਨਾ, ਕਿੱਦਾਂ ਤੁਹਾਡੇ ਨਾਲ ਕੰਟੈਕਟ ਕਿੱਦਾਂ ਕਰਨਗੇ ਉਹ? ਹਾਂਜੀ, ਸਾਨੂੰ ਸਾਡੀ ਵੈਬਸਾਈਟ ਤੇ ਰਜਿਸਟਰ ਕਰ ਸਕਦੇ ਆ www.fbnpc.com ਤੇ ਉਸ ਤੋਂ ਇਲਾਵਾ ਸਾਡੇ 2 ਨੰਬਰ ਨੇ, ਤੁਸੀਂ ਸਾਨੂੰ ਕਦੀ ਵੀ ਕੰਟੈਕਟ ਕਰੋ। ਵੀ ਹੈਵ ਮਲਟੀਪਲ ਐਡਵਾਈਜ਼ਰਸ ਅਵੇਲੇਬਲ ਔਨ ਦੈਟ ਕਾਲ। ਸਾਡਾ ਨੰਬਰ ਹੈ 306 316 0411, ਸੋ 306 316 0411 ਤੇ ਇੱਕ ਸਾਡਾ ਟੋਲ ਫ੍ਰੀ ਨੰਬਰ ਹੈ ਕੈਨੇਡਾ ਵਾਸਤੇ 1888 383 2672, ਰਾਈਟ। ਉਹਦੇ ਤੇ ਹੈ ਕਿ ਸਟੂਡੈਂਟ ਨੂੰ ਜੇ ਕੈਨੇਡਾ ਵਾਈਡ ਤੋਂ ਕਾਲ ਕਰ ਰਹੇ ਨੇ ਤੇ ਉਹਨਾਂ ਨੂੰ ਚਾਰजेस ਨਹੀਂ ਪੈਂਦੇ, ਰਾਈਟ। ਟੋਲ ਫ੍ਰੀ ਨੰਬਰ ਲੈਤਾ ਸਟੂਡੈਂਟਸ ਵਾਸਤੇ। ਓਕੇ, ਚਲੋ ਬਾਕੀ ਸਾਰੇ ਲਿੰਕ ਡਿਸਕ੍ਰਿਪਸ਼ਨ ਦੇਵਾਂਗਾ। ਮੈਮ ਲਾਸਟ ਕੁਐਸਚਨ, ਵੈਸੇ ਮੇਰਾ ਪੁੱਛਣ ਦਾ ਮਨ ਨਹੀਂ, ਪਰ ਮੈਂ ਪੁੱਛਣਾ ਚਾਹੁੰਦਾ ਤਾਂ ਕਿ ਨਵੇਂ ਬੱਚਿਆਂ ਨੂੰ ਜਿਹੜੇ ਨਹੀਂ ਪਤਾ ਹੁੰਦਾ, ਜਿਵੇਂ ਫੋਰ ਐਗਜ਼ਾਮਪਲ ਮੈਂ ਟਰੱਕ ਦਾ ਜੋ ਲਾਇਸੈਂਸ ਲਿਆ ਸੀ ਨਾ, ਹਾਂਜੀ, ਤਾਂ ਮੈਨੂੰ ਬੜੀ ਅਪਰੋਚ ਆਈ ਸੀ ਵੀ ਤੂੰ ਸਾਡੇ ਕੋਲੋਂ ਲੈ ਲਾ, 10 ਦਿਨਾਂ ਚ ਕਲੀਅਰ ਕਰਾ ਦਾਂਗੇ, ਠੀਕ ਆ ਜੀ, ਤੇ ਤੂੰ ਕਰਾ ਲਾ। ਬਟ ਔਨ ਰੋਡ ਜਿਹੜੀਆਂ ਪ੍ਰੋਬਲਮ ਆਉਣੀਆਂ ਉਹ ਆਪਾਂ ਨੂੰ ਨਹੀਂ ਪਤਾ ਲੱਗਣੀਆਂ, ਲਾਇਸੈਂਸ ਮਿਲ ਜਾਣਾ। ਸੇਮ ਹਰੇਕ ਕੰਮ ਏਦਾਂ ਹੀ ਨਰਸਿੰਗ ਦੀ ਫੀਲਡ ਵਿੱਚ 10 ਤੋਂ 8 ਬੱਚੇ ਗੁੰਮਰਾਹ ਹੋ ਜਾਂਦੇ ਵੀ ਹਾਂਜੀ, ਨਹੀਂ ਯਾਰ ਆਨਸਰ ਮਿਲ ਜਾਣਗੇ, ਆਪਾਂ ਕਰ ਲਈਏ, ਜਗਾੜ ਲਾ ਲਈਏ। ਉਹ ਹਾਂਜੀ। ਬੱਚਿਆਂ ਨੂੰ ਪ੍ਰੋਬਲਮ ਆਉਂਦੀ, ਲਾਇਸੈਂਸ ਤਾਂ ਮੈਂ ਮਿਲ ਜਾਣਗੇ ਮੈਨੂੰ ਪਤਾ, ਤੁਸੀਂ ਉਹਨਾਂ ਨੂੰ ਕੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਵੀ ਦੇਖੋ, ਕੀ? ਜਿਹੜਾ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਹੈ, ਇਹ ਸਵਾਲ ਮੋਰਲ ਤੇ ਐਥੀਕਲ ਵੈਲਿਊਜ਼ ਦੇ ਨਾਲ ਰਿਲੇਟਡ ਵੀ ਹੈਗਾ, ਹੈ ਨਾ। ਲੋਕਾਂ ਨੂੰ ਮੈਂ ਜੋ ਜਾਂ ਸਟੂਡੈਂਟਸ ਜਿਹੜੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਦੇਖੋ, ਨਰਸਿੰਗ ਪ੍ਰੋਫੈਸ਼ਨ ਇੱਕ ਬੜਾ ਨੋਬਲ ਪ੍ਰੋਫੈਸ਼ਨ ਹੈ। ਤੁਹਾਡੇ ਤੇ ਬਹੁਤ ਜ਼ਿੰਮੇਵਾਰੀ ਹੈ, ਤੁਹਾਡੇ ਕੰਧਿਆਂ ਤੇ, ਰਾਈਟ। ਮੈਂ ਸਟੂਡੈਂਟਸ ਨੂੰ ਜਦੋਂ ਵੀ ਆਪਣੇ ਸਟੂਡੈਂਟਸ ਨੂੰ ਪੜ੍ਹਾਉਂਦੀ ਹਾਂ ਜਾਂ ਜਦੋਂ ਸਾਡੇ ਬਾਕੀ ਟੀਚਰਸ ਪੜ੍ਹਾਉਂਦੇ ਨੇ, ਉਹਨਾਂ ਨੂੰ ਇਹੀ ਸਮਝਾਉਂਦੇ ਨੇ ਕਿ ਮੰਨ ਲਓ ਕਿਸੇ ਦੀ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਖੜੀ ਹੈ ਨਰਸ, ਰਾਈਟ। ਹਾਂਜੀ, ਸੋ ਜੇ ਉਹੀ ਨਰਸ ਨਕਲ ਕਰਕੇ ਜਾਂ ਇਦਾਂ ਦੇ ਕੁਝ ਜੁਗਾੜ ਲਗਾ ਕੇ ਕੁਝ ਵੀ ਕਰਕੇ, ਤੇ ਜੇ ਉਹ ਨਰਸ ਐਗਜ਼ਾਮ ਕਲੀਅਰ ਕਰ ਲੇਗੀ, ਚਲੋ ਐਗਜ਼ਾਮ ਤੇ ਤੁਸੀਂ ਕਲੀਅਰ ਕਰ ਲਿੱਤਾ ਜਿੱਦਾਂ ਵਿਦਾ, ਪਰ ਤੁਸੀਂ ਜੀ, ਇਹ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਜਵਾਬ ਦਿਓਗੇ ਜਦ ਕੱਲ ਨੂੰ ਕੋਈ ਪੇਸ਼ੈਂਟ ਦਾ ਕੁਝ ਹੋ ਗਿਆ, ਰਾਈਟ। ਤੇ ਉਰੇ ਕੈਨੇਡਾ ਦੇ ਵਿੱਚ ਬਹੁਤ ਸਾਰੀ ਲੀਗੈਲਿਟੀ ਹੈ ਨਰਸਿੰਗ ਦੇ ਵਿੱਚ, ਏਦਾਂ ਨਹੀਂ ਹੈ। ਨਰਸਸ ਕੈਨ ਬੀ ਕ੍ਰਿਮੀਨਲੀ ਸੂਡ ਐਜ਼ ਵੈਲ, ਉਹਨਾਂ ਦੇ ਡਿਸਪਲਿਨਰੀ ਐਕਸ਼ਨਸ ਹੁੰਦੇ ਨੇ। ਐਂਡ ਇਹ ਵੀ ਮੈਂ ਗੱਲ ਦੱਸਣਾ ਚਾਹੂੰਗੀ ਕਿ ਸਾਰਾ ਕੁਝ ਓਪਨ ਟੂ ਪਬਲਿਕ ਹੈ, ਲੋਕਾਂ ਨੂੰ ਇਹ ਗੱਲ ਸ਼ਾਇਦ ਨਹੀਂ ਪਤਾ ਹੁੰਦੀ। ਪਰ ਤੁਸੀਂ ਕੋਈ ਵੀ ਨਰਸ ਲੱਭਣੀ ਹੈ, ਜੇ ਤੁਸੀਂ ਮੰਨ ਲਓ ਮੇਰੇ ਬਾਰੇ ਪਤਾ ਕਰਨਾ ਚਾਹੁੰਦੇ ਹੋ ਕਿ ਯਾਰ ਤਰਨ ਕੌਰ ਹੈ ਕੌਣ ਹੈ, ਇਹ ਮਤਲਬ ਇਹ ਨਰਸ ਹੈ ਵੀ ਹੈ ਜਾਂ ਨਹੀਂ ਹੈ ਜਿਹੜੀ ਮਤਲਬ ਸਾਨੂੰ ਪੜ੍ਹਾਉਂਦੀ ਹੈ, ਤੁਸੀਂ ਜਾਓ, ਤੁਸੀਂ ਸੀਐਨਓ ਦੀ ਵੈਬਸਾਈਟ, ਜਿੱਦਾਂ ਓਨਟਾਰੀਓ ਵਾਸਤੇ ਹਰ ਪ੍ਰੋਵਿੰਸ ਦੀ ਵੱਖਰੀ ਵੱਖਰੀ ਜਿੱਦਾਂ ਨਰਸਿੰਗ ਰੈਗੂਲੇਟਰੀ ਬੋਡੀ ਦੀ ਵੈਬਸਾਈਟ ਹੈ, ਤੁਸੀਂ ਉਸ ਤੇ ਜਾਓ, ਜਿੱਦਾਂ ਕਾਲਜ ਆਫ ਨਰਸਿਸ ਆਫ ਓਨਟਾਰੀਓ ਟਾਈਪ ਕਰੋ, ਉੱਥੇ ਲਿਖੋ ਫਾਈਂਡ ਅ ਨਰਸ। ਤੁਹਾਨੂੰ ਸਿਰਫ ਨਰਸ ਦਾ ਫਰਸਟ ਨੇਮ ਤੇ ਲਾਸਟ ਨੇਮ ਚਾਹੀਦਾ, ਤੇ ਤੁਸੀਂ ਉਹਦੇ ਬਾਰੇ ਸਾਰਾ ਕੁਝ ਪਤਾ ਕਰ ਸਕਦੇ ਹੋ। ਉਹਦੀ ਰਜਿਸਟ੍ਰੇਸ਼ਨ ਹਿਸਟਰੀ ਕੀ ਹੈ, ਇੰਪਲੋਇਮੈਂਟ ਹਿਸਟਰੀ ਕੀ ਹੈ, ਉਸ ਤੇ ਕੋਈ ਐਕਸ਼ਨ ਤਾਂ ਨਹੀਂ ਹੋਇਆ, ਰਾਈਟ। ਤੁਹਾਡੇ ਈਵਨ ਇਨਫੈਕਟ ਕਿ ਡਿਸਪਲਿਨਰੀ ਐਕਸ਼ਨ ਵੀ ਜਿਹੜੇ ਨੇ ਉਹ ਪਬਲਿਕਲੀ ਅਵੇਲੇਬਲ ਪਏ ਨੇ ਵੈਬਸਾਈਟਾਂ ਤੇ, ਰਾਈਟ। ਸੋ ਓਕੇ। ਬੜੀ ਧਿਆਨ ਨਾਲ ਕੰਮ ਕਰਨ ਵਾਲਾ ਪ੍ਰੋਫੈਸ਼ਨ ਹੈ, ਜਿਹੜਾ ਜੇ ਜੁਗਾੜ ਲਗਾਓਗੇ ਤੇ ਫਿਰ ਉਹਦਾ ਭੁਗਤਾਨ ਵੀ ਆਪ ਹੀ ਕਰਨਾ ਪੈਣਾ ਬਾਅਦ ਦੇ ਵਿੱਚ। ਲਾਇਸੈਂਸ ਕੈਂਸਲ ਮੈਮ ਹੋ ਜਾਂਦਾ ਨਾਲ ਦੀ ਨਾਲ ਜੇ ਕੋਈ ਮਾੜੀ ਜੀ ਗਲਤੀ ਕਰਦੇ ਹਾਂਜੀ, ਉਹ ਡਿਸਪਲਿਨਰੀ ਐਕਸ਼ਨ ਲੈਂਦੀ ਹੈ ਜਿਹੜੀ, ਜਿੱਦਾਂ ਹੋ? ਸੀਐਨਓ ਹੈਗਾ, ਉਹ ਆਪਣੀ ਉਹਨਾਂ ਨੇ ਕਮੇਟੀਆਂ ਬਣਾਈਆਂ ਹੁੰਦੀਆਂ ਨੇ ਤੇ ਉਹ ਕੇਸ ਰਿਵਿਊ ਕਰਦੇ ਨੇ। ਫਿਰ ਕਈ ਵਾਰੀ ਕੇਸ ਰਿਵਿਊ ਚ ਕਾਫੀ ਟਾਈਮ ਲੱਗ ਜਾਂਦਾ ਹੈ, ਸਮਟਾਈਮਸ ਕਈ ਵਾਰੀ ਟੈਂਪਰੇਰੀਲੀ ਸਸਪੈਂਡ ਕਰਦੇ ਆ ਨਰਸਾਂ ਨੂੰ, ਪੂਰੀ ਇਨਵੈਸਟੀਗੇਸ਼ਨ ਕਰਦੇ ਆ ਕਿ ਕੀ ਪ੍ਰੋਬਲਮ ਹੈਗੀ ਹੈ। ਤੇ ਆਫ ਕੋਰਸ ਜੇ ਕੋਈ ਗ੍ਰੋਸ ਐਰਰ ਜਿਹਨੂੰ ਆਪਾਂ ਕਹਿ ਦਈਏ, ਜੇ ਮੰਨ ਲਓ ਕਿਸੇ ਨਰਸ ਨੇ ਗਲਤੀ ਨਾਲ ਬੰਦਾ ਮਾਰਤਾ, ਵਿਚ ਇਜ਼ ਅ ਹਿਊਜ ਐਰਰ, ਤੇ ਜੇ ਉਹ ਨਰਸ ਅਕਾਊਂਟੇਬਲ ਹੈ ਤੇ ਆਫ ਕੋਰਸ ਜ਼ਰੂਰ ਉਸ ਤੇ ਐਕਸ਼ਨ ਹੁੰਦਾ, ਦੇ ਟੇਕ ਦ ਲਾਇਸੈਂਸ ਅਵੇ ਐਜ਼ ਵੈਲ। ਹਾਂਜੀ, ਫਿਰ ਤੁਸੀਂ ਸਾਰੀ ਜ਼ਿੰਦਗੀ ਨਰਸਿੰਗ ਨਹੀਂ ਪ੍ਰੈਕਟਿਸ ਕਰ ਸਕਦੇ। ਓਕੇ, ਚਲੋ ਮੈਮ ਇਹੀ ਆਪਣੇ ਸਵਾਲ ਸੀਗੇ। ਕੋਈ ਆਪਣੇ ਵੱਲੋਂ ਤੁਸੀਂ ਕਹਿਣਾ ਚਾਹੁੰਦੇ ਹੋ ਸਟੂਡੈਂਟਸ ਨੂੰ ਕੁਝ ਵੀ ਆਪਣੇ ਵੱਲੋਂ? ਜੋ ਮੈਂ ਆਪਣੇ ਸਟੂਡੈਂਟਸ ਨੂੰ ਕਹਿੰਦੀ ਆ, ਉਹੀ ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਹੈ ਨਾ, ਤਾਂ ਪਲੀਜ਼ ਸ਼ਾਰਟਕਟ ਨਾ ਲੱਭੋ, ਰਾਈਟ। ਜੇ ਤੁਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰੋਗੇ, ਐਂਡ ਖਾਸ ਕਰਕੇ ਐਜ਼ ਅ ਸੈਡ ਆਮ ਟਾਕਿੰਗ ਸਪੈਸੀਫਿਕਲੀ ਅਬਾਊਟ ਨਰਸਿੰਗ ਪ੍ਰੋਫੈਸ਼ਨ, ਮੈਂ ਉਰੇ ਕੋਈ ਵੱਡਾ ਲੈਕਚਰ ਨਹੀਂ ਦੇਣਾ ਹੀ, ਪਰ ਮੈਂ ਇਹੀ ਕਹੂੰਗੀ ਕਿ ਪਲੀਜ਼ ਨਰਸਿੰਗ ਦੇ ਵਿੱਚ ਤੁਸੀਂ ਬਹੁਤ ਜ਼ਿੰਮੇਵਾਰੀ ਹੈ, ਕਿਸੇ ਦੀ ਮਤਲਬ ਜ਼ਿੰਦਗੀ ਮੌਤ ਦਾ ਸਵਾਲ ਹੈ, ਰਾਈਟ। ਸੋ ਪਲੀਜ਼ ਟੇਕ ਇਟ ਵੈਰੀ ਸੀਰੀਅਸਲੀ। ਐਂਡ ਮੈਂ ਸਟੂਡੈਂਟਸ ਨੂੰ ਇਹ ਕਹਿੰਦੀ ਹਾਂ ਜਦੋਂ ਮੈਂ ਉਹਨਾਂ ਨੂੰ ਪੜ੍ਹਾਉਂਦੀ ਹਾਂ, ਤੁਸੀਂ ਵੇਖੋ, ਜੇ ਤੁਸੀਂ ਕਿਸੇ ਨੂੰ ਇੰਜੈਕਸ਼ਨ ਲਗਾਉਣ ਲੱਗੇ ਹੋ, ਤੁਸੀਂ ਇਹ ਸੋਚੋ ਕਿ ਤੁਸੀਂ ਇੰਜੈਕਸ਼ਨ ਉਦਾਂ ਹੀ ਲਗਾਓਗੇ ਜੋ ਪੇਸ਼ੈਂਟ ਦੀ ਜਗ੍ਹਾ ਬਜਾਏ ਤੁਹਾਡੀ ਉੱਥੇ ਮਮ ਬੈਠੇ ਹੋਣ ਜਾਂ ਤੁਹਾਡੇ ਫਾਦਰ ਹੋਣ, ਤੁਸੀਂ ਉਸੇ ਤਰੀਕੇ ਨਾਲ ਇੰਜੈਕਸ਼ਨ ਲਗਾਓਗੇ। ਜੇ ਤੁਹਾਡਾ ਮਨ ਕਵੇ ਕਿ ਹਾਂ, ਫਿਰ ਤੇ ਸਮਝ ਲਓ ਕਿ ਤੁਸੀਂ ਠੀਕ ਕੰਮ ਕਰ ਰਹੇ ਹੋ। ਪਰ ਜੇ ਤੁਹਾਡਾ ਮਨ ਕਵੇ ਕਿ ਨਹੀਂ, ਜੇ ਕਿਤੇ ਮੇਰੀ ਮੰਮੀ ਹੁੰਦੀ ਨਾ, ਮੈਂ ਏਦਾਂ ਨਹੀਂ ਏਦਾਂ ਕਰਨਾ ਸੀਗਾ, ਇਹਦਾ ਮਤਲਬ ਤੁਸੀਂ ਠੀਕ ਨਹੀਂ ਕਰ ਰਹੇ, ਰਾਈਟ। ਸੋ ਆਪਣੇ ਆਪ ਨੂੰ ਜ਼ਰੂਰ ਸਵਾਲ ਪੁੱਛੋ, ਆਪਣੇ ਆਪ ਨੂੰ, ਐਂਡ ਡੋਂਟ ਲੁੱਕ ਫॉर ਸ਼ਾਰਟਕਟ ਗਾਈਜ਼। ਬਿਲਕੁਲ ਜੀ। ਸੋ ਜਿੰਨੇ ਵੀ ਮੇਰੇ ਸਾਰੇ ਭੈਣਾਂ ਜਾਂ ਵੀਰ ਦੇਖਦੇ ਨੇ ਜਾਂ ਮੈਨੂੰ ਜਾਣਨ ਵਾਲੇ ਜਾਂ GTA ਦੇ ਵਿੱਚ ਜਾਂ ਕੈਨੇਡਾ ਵਾਈਡ ਜਾਂ ਕਿਤੇ ਵੀ ਹੋਰ ਕੰਟਰੀ 'ਚ ਬੈਠੇ ਨੇ, ਆਸਟ੍ਰੇਲੀਆ
ਤਾਂ ਮੈਮ ਤੋਂ ਮੈਂ ਵਾਈਫ ਦਾ ਲਾਇਸੈਂਸ ਆਪਾਂ ਪਹਿਲੀ ਵਾਰੀ 'ਚ ਕਲੀਅਰ ਹੋ ਗਿਆ RPN ਦਾ, ਤੇ ਉੱਦਾਂ ਵੀ ਮੈਮ ਨੇ ਬਹੁਤ ਹੈਲਪ ਕੀਤੀ ਆ। ਸੋ ਥੈਂਕ ਯੂ ਤਰਨ ਮੈਮ। ਜੇ ਤੁਸੀਂ ਵੀ ਆਪਦੀ ਵਾਈਫ ਜਾਂ ਸਿਸਟਰ ਜਾਂ ਕਿਸੇ ਲਈ ਵੀ ਲਾਇਸੈਂਸ ਜਾਂ ਤੁਸੀਂ ਖੁਦ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਤੋਂ ਲਓ। ਮਾੜੇ ਮੋਟੇ ਜਿਹੇ ਮਹਿੰਗੇ ਹੋ ਸਕਦੇ ਨੇ, ਬਟ ਤੁਹਾਡਾ ਰਿਜ਼ਲਟ 100% ਆਉਣਾ। ਠੀਕ ਹੈ ਥੈਂਕ ਯੂ ਸੋ ਮਚ। ਤੇ ਮੈਂ ਇਹ ਵੀ ਹਾਂਜੀ ਕਹਿਣਾ ਚਾਹੂੰਗੀ ਕਿ ਅਸੀਂ ਵੀ ਡੂ ਹੈਲਪ ਸਟੂਡੈਂਟਸ ਐਜ਼ ਵੈਲ। ਕਈ ਵਾਰੀ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਨੇ ਜੋ ਸਾਨੂੰ ਅਸੀਂ ਅੰਡਰਸਟੈਂਡ ਕਰਦੇ ਹਾਂ ਕਿ ਬਹੁਤ ਔਖਾ 20 ਘੰਟੇ ਕੰਮ ਕਰਕੇ ਫੀਸ ਪੇ ਕਰਨੀ। ਸੋ ਸਾਡੇ ਕੋਲ ਬਹੁਤ ਸਾਰੀ ਬਰਸਰੀਜ਼ ਤੇ ਸਕਾਲਰਸ਼ਿਪ ਪ੍ਰੋਗਰਾਮ ਵੀ ਹੁੰਦੇ ਨੇ ਜਿਹੜੇ ਸਟੂਡੈਂਟਸ ਨੂੰ ਦਿੰਦੇ ਆ, ਡਿਪੈਂਡਿੰਗ ਅਪਨ देयर ਫਾਈਨੈਂਸ਼ੀਅਲ ਕੰਡੀਸ਼ਨ। ਸੋ ਜੇ ਤੁਸੀਂ ਜਦ ਤੱਕ ਸਾਡੇ ਨਾਲ ਗੱਲ ਨਹੀਂ ਕਰੋਗੇ ਤੇ ਸਾਨੂੰ ਕਿੱਦਾਂ ਪਤਾ ਚੱਲੇਗਾ, ਰਾਈਟ? ਸੋ ਮੇਕ ਸ਼ੋਰ ਕਿ ਤੁਸੀਂ ਸਾਨੂੰ ਕਾਲ ਕਰੋ ਤੇ ਸਾਡੇ ਐਡਵਾਈਜ਼ਰਸ ਨਾਲ ਡਿਸਕਸ ਕਰੋ ਆਪਣੀ ਸਿਚੁਏਸ਼ਨ, ਤੇ ਜੇ ਤੁਹਾਡੀ ਸਕਾਲਰਸ਼ਿਪ ਜਾਂ ਬਰਸਰੀ ਅਵੇਲੇਬਲ ਹੋਏਗੀ ਤੇ ਤੁਹਾਨੂੰ ਜ਼ਰੂਰ ਦਿੱਤੀ ਜਾਏਗੀ RPNPC ਵੱਲੋਂ। ਲਓ ਜੀ ਲਓ। ਸੋ ਮੈਮ RN ਦਾ ਵੀ, ਰਮਨ ਦਾ ਆਪਾਂ ਜਲਦੀ ਕਰਵਾਉਣੇ ਸੋਥੋਂ ਇੰਡੀਆ ਤੋਂ ਆ ਬਿਲਕੁਲ। ਕੇ। ਥੈਂਕ ਯੂ ਸੋ ਮਚ। ਸਾਡੀ ਇੰਨੀ ਤੁਸੀਂ ਹੈਲਪ ਕਰਦੇ ਹੋ ਔਰ ਲੋਕਾਂ ਤੱਕ ਆਵਾਜ਼ ਪਹੁੰਚਾਉਂਦੇ ਹੋ। ਮੈਂ ਤੁਹਾਡਾ ਬਹੁਤ ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ FPNPC ਦੀ ਸਾਰੀ ਟੀਮ ਵੱਲੋਂ ਮੈਂ ਤੁਹਾਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ। ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਬਹੁਤ ਸ਼ੁਕਰੀਆ ਮੈਮ। ਚਲੋ ਜੀ, ਆਪਾਂ ਜਦੋਂ RN ਜਦੋਂ ਡਨ ਕਰ ਹੀ ਲੈਣੀ ਆ, ਉਹ ਤੋਂ ਬਾਅਦ ਇੱਕ ਵੀਡੀਓ ਫੇਰ ਬਣਾਵਾਂਗੇ ਆਪਾਂ। ਬਿਲਕੁਲ ਬਿਲਕੁਲ ਉਹ ਤੋਂ ਬਾਅਦ ਕੋਈ ਹੋਰ ਟੈਸਟ ਦੇਖਣੇ ਆ, ਫਿਰ ਆਪਾਂ ਉਹ ਵੀ ਬਣਾਵਾਂਗੇ। ਬਿਲਕੁਲ ਜੀ, ਬਿਲਕੁਲ। ਮੋਸਟ ਵੈਲਕਮ। ਆਲਰਾਈਟ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਹਾਂਜੀ, ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ। ਸੋ ਮੈਮ ਤਰਨ ਦਾ ਵੀ ਥੈਂਕ ਯੂ ਟਾਈਮ ਕੱਢਣ ਲਈ। ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ, ਡਿਸਕ੍ਰਿਪਸ਼ਨ ਲਿੰਕ ਹੈਗਾ, ਵੈਬਸਾਈਟ ਤੇ ਜਾਓ, ਇਹਨਾਂ ਨੂੰ ਕਾਲ ਕਰੋ, ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਨਗੇ। ਥੈਂਕ ਯੂ ਮੈਮ। ਥੈਂਕ ਯੂ ਵੈਰੀ ਮਚ।